और सकारथा कर रहे हो। आसा जी दी वार दा शब्द कीर्तन रागी ਸਿੰਘਾਂ पासों आप जी ने सरवण कीता है। अमृत वेले तख्तां ते प्रकाशमान हो के सानू सारिਆਂ ਨੂੰ किरतार्थ करदिਆਂ ਹੋਇਆਂ जगत गुरु गुरु नानक साहब जी ने पावन पवित्र श्री मुखवाक दी दात बख्शिश कीती है। आओ कुछ समय ਲਈ सतगुरां दे पावन शब्द दी विचार नाल जुड़िए। धन गुरु नानक साहब दे पवित्र चरनां दा ध्यान अपने हिरदिਆਂ च वसाओ। रसना नू करो पवित्र ते आखो जी सतनाम श्री वाहेगुरु साहिब जी। सतनाम श्री वाहेगुरु साहिब जी। तन्नासरे महला पहला घर दूजा अष्टपदिया। एक ओंकार सतगुर प्रसाद। तनासरी राग है। पहले पातशाह धन गुरु नानक देव साहब जी महाराज राग तनासरी विच अष्टपदियां उचारण कर रहे हैं। दूसरे घर सुरताल विच इन्हां अष्टपदियां नूं गायन करन दा हुक्म है। मंगलाचरण करते ने अकाल पुरख एक अदुती है। ओंकार जो सारिਆਂ ਵਿੱਚ व्यापक और सर्व ਦਾ प्रकाशक है। उचारण मात्र नाल ही रखिया करने वाला है। सत है, गुर चेतन है, प्रसाद आनंद स्वरूप है। त्रई काल सत है जिसदा कदे बाध नहीं हुंदा, आबाद है, सुनदा है, वेखदा है, बोलदा है, इस करके गुर चेतन स्वरूप है। प्रसाद आनंद स्वरूप है। ਉਹਦੇ स्वरूप ਵਿੱਚ सदा ही आनंद है। तेरा घर आनंद ਵਧਾਈ ਤੁਧ ਘਰ परमेश्वर ਦੇ स्वरूप ਵਿੱਚ सदा ही आनंद है। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਗੁਰ ਸਾਗਰ ਰਤਨੇ ਭਰਪੂਰ। ਗੁਰੂ ਸਾਗਰ ਹੈ। ਜਿਵੇਂ ਸਾਗਰ ਵਿੱਚ ਸਮੁੰਦਰ ਵਿੱਚ ਰਤਨ ਭਰੇ ਹੁੰਦੇ ਨੇ, ਤਿਵੇਂ ਗੁਰੂ ਰੂਪੀ ਸਾਗਰ ਦੇ ਵਿੱਚ ਸ਼ੁਭ ਗੁਣਾ ਰੂਪੀ ਕੀਮਤੀ ਰਤਨਾਂ ਦੇ ਨਾਲ ਗੁਰੂ ਸਾਗਰ ਭਰਿਆ ਹੋਇਆ ਹੈ। शुभ गुण जितने भी गुण ने वो सारे गुणा रूपी रतन गुरु रूपी सागर दे विच भरे हुए ने। भर पूरे जो परिपूर्ण है, भरिया होया है, जिहदे च कोई ऊणताई नहीं है, उहनूं कहंदे ने भरपूरे। भर पूरे वो भरपूर है शुभ गुणा दे सहित। गुरु रूपी सागर शुभ गुणा दे रत्नां नाल भरिया होया है। अमृत संत चुग है नहीं दूर। जिहड़े परमेश्वर दे प्यारे हन वो शुभ गुणा रूपी उन्हां कीमती अमृत जैसे गुणा नूं चुगदे ने हंस बन के। नहीं दूरे अपने गुरु रूपी सागर तो कदे वो दूर नहीं जाते। जिहड़े जग्यासू हंसां दे समान बिरती रखण वाले साधु जन संत जन ने, वो अपने गुरु रूपी सागर विचों इन्हां कीमती शुभ गुणा रूपी रत्नां दा चोगा चुगदे ने और अपने गुरु तो दूर नहीं जाते। नहीं दूरे सिख दे जीवन का सब तो पहला करतब यही हुंदा है कि पूरे संसार भर विच किते भी जावे उहदे मन च कांखा हुंदी है कि मैं अपना घर अपना मकान उस जगह ते बनावां जिथे मेरे सतगुरु गुरु नानक साहब दा दर नेड़े होवे। मैं जाके श्री गुरु ग्रंथ साहब जी दे सवेरे शाम दर्शन परस सकां। ਉਹਦੇ ਵਾਸਤੇ ਗੁਰਸਿੱਖ ਨੂੰ ਭਾਵੇਂ ਆਮ ਜ਼ਮੀਨਾਂ ਨਾਲੋਂ ਮਹਿੰਗੀ ਜਗ੍ਹਾ ਲੈਣੀ ਖਰੀਦਣੀ ਮਨਜ਼ੂਰ ਹੈ, ਪਰ ਉਹ ਆਪਣੇ ਸਤਿਗੁਰਾਂ ਦੇ ਦਰ ਤੋਂ ਦੂਰ ਰਹਿਣਾ ਕਬੂਲ ਨਹੀਂ ਕਰਦਾ। ਸੋ ਗੁਰੂ ਕੇ ਸਿੱਖਾਂ ਅੰਦਰ ਇਹ ਬਿਰਤੀ ਹੈ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਉਹ ਆਪਣੇ ਗੁਰੂ ਰੂਪੀ ਸਾਗਰ ਵਿੱਚੋਂ ਸ਼ੁਭ ਗੁਣਾ ਰੂਪੀ ਕੀਮਤੀ ਅੰਮ੍ਰਿਤ ਦੇ ਸਮਾਨ ਜਿਹੜੇ ਗੁਣ ਨੇ
ਉਹਨਾਂ ਗੁਣਾਂ ਨੂੰ ਗ੍ਰਹਿਣ ਕਰਦੇ ਨੇ। ਚੁਗਹਿ ਦਾ ਮਤਲਬ ਹੁੰਦਾ ਵੀ ਗੁਰੂ ਕੋਲ ਜਾ ਕੇ ਗੁਣਾਂ ਨੂੰ ਗ੍ਰਹਿਣ ਕਰਦੇ ਨੇ ਔਰ ਔਗਣਾਂ ਦਾ ਤਿਆਗ ਕਰਦੇ ਨੇ। ਗੁਣਾਂ ਨੂੰ ਗ੍ਰਹਿਣ ਕਰਕੇ ਔਗਣਾਂ ਦਾ ਤਿਆਗ ਕਰਨਾ ਹੈ। ਤੋ ਗੁਣਾਂ ਨੂੰ ਗ੍ਰਹਿਣ ਕਰਦੇ ਨੇ, ਆਪਣੇ ਗੁਰੂ ਰੂਪੀ ਸਾਗਰ ਨੂੰ ਛੱਡ ਕੇ ਦੂਰ ਨਹੀਂ ਜਾਂਦੇ। ਹਾਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਕਹਿੰਦੇ ਜਦੋਂ ਉਹ ਸਤ ਸੰਗਤ ਰੂਪੀ ਇਸ ਮਾਨ ਸਰੋਵਰ ਵਿੱਚ ਆ ਕੇ ਹਰੀ ਦੇ ਨਾਮ ਰਸ ਦਾ ਚੋਗਾ ਚੁਗਦੇ ਹਨ ਤਾਂ ਹਰੀ ਦੇ ਨਾਮ ਰਸ ਨੂੰ ਮਾਣਦਿਆਂ ਉਸ ਪ੍ਰਭੂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਭਾ ਜਾਂਦੇ ਹਨ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ, ਉਸ ਪ੍ਰਭੂ ਨਿਰੰਕਾਰ ਪਰਮੇਸ਼ਰ ਦੇ ਸਰੂਪ ਨੂੰ ਉਹ ਭਾ ਜਾਂਦੇ ਹਨ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਸਾਧ ਸੰਗਤ ਰੂਪੀ ਜਿਹੜਾ ਸਰਵਰ ਕਹੀਏ ਮਾਨ ਸਰੋਵਰ ਹੈ। ਅੱਜ ਜਿੱਥੇ ਆਪਾਂ ਬੈਠੇ ਆ ਸਤ ਸੰਗਤ ਨੂੰ ਮਾਨ ਸਰੋਵਰ ਦੀ ਤਜਵੀਜ਼ ਦਿੱਤੀ ਆ ਗੁਰੂ ਸਾਹਿਬ ਨੇ ਕਿ ਇਹ ਇਸ ਤਰ੍ਹਾਂ ਸਮਝ ਲਓ ਵੀ ਸਾਧ ਸੰਗਤ ਮਾਨ ਸਰੋਵਰ ਹੈ ਔਰ ਇਸ ਮਾਨ ਸਰੋਵਰ ਰੂਪੀ ਸੰਗਤ ਵਿੱਚ ਜਿਤਨੇ ਜਗਿਆਸੂ ਸਿੱਖ ਬੈਠੇ ਨੇ ਇਹ ਸਭ ਹੰਸਾਂ ਦੇ ਸਮਾਨ ਨੇ ਔਰ ਗੁਰੂ ਕੇ ਸਿੱਖ ਰੂਪੀ ਜਗਿਆਸੂ ਹੰਸਾਂ ਨੇ ਸਾਧ ਸੰਗਤ ਰੂਪੀ ਮਾਨ ਸਰੋਵਰ ਵਿੱਚੋਂ ਪ੍ਰਾਣਾਂ ਦੇ ਪਤੀ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕੀਤੀ ਹੈ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚੋਂ ਹੀ ਤਿਨਾਂ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ। ਕਿਆ ਬਾਗ ਪਪੜਾ ਛਪੜੇ ਨਾਏ। ਦੂਜੇ ਪਾਸੇ ਜਿਹੜਾ ਮਨਮੁਖ ਤੇ ਪਖੰਡੀ ਹੈ ਉਹ ਬਗਲੇ ਦੇ ਸਮਾਨ ਹੈ। ਜਿਹਨੇ ਕੇਵਲ ਵਿਖਾਵਾ ਹੀ ਕੀਤਾ ਆਪਣੀ ਜ਼ਿੰਦਗੀ 'ਚ, ਉਹ ਮਨਮੁਖ ਵਿਖਾਵਾ ਕਰਨ ਵਾਲੇ ਜਿਹੜੇ ਬਗਲੇ ਦੇ ਸਮਾਨ ਪਖੰਡੀ ਨੇ ਉਹ ਕੁਸੰਗ ਰੂਪੀ ਛੱਪੜੀ 'ਚ ਜਾ ਕੇ ਨਹਾਉਂਦੇ ਐ। ਕੁਸੰਗਤ ਦੀ ਯਾਨੀ ਕਿ ਖੋਟੇ ਪੁਰਸ਼ਾਂ ਦੇ ਸੰਗ ਦੇ ਵਿੱਚ ਉਹ ਜਾ ਕੇ ਬਹਿੰਦੇ ਨੇ ਜਿਹੜੇ ਮਨਮੁਖ ਨੇ। ਬਗਲਿਆਂ ਦੇ ਸਮਾਨ ਵਿਖਾਵਾ ਕਰਨ ਵਾਲੇ ਜਿਹੜੇ ਪਖੰਡੀ ਨੇ ਉਹ ਕੁਸੰਗ ਰੂਪੀ ਛੱਪੜੀ 'ਚ ਨਹਾਉਂਦੇ ਹਨ। ਕੀਚੜ ਡੂਬੈ ਮੈਲ ਨ ਜਾਏ। ਕੀਚੜ ਡੂਬੈ, ਉਹ ਫਿਰ ਵਿਕਾਰਾਂ ਦਾ ਜਿਹੜਾ ਚਿੱਕੜ ਹੈ ਉਹਦੇ 'ਚ ਡੁੱਬਦੇ ਹੈ। ਵਿਕਾਰਾਂ ਦੇ ਉਸ ਚਿੱਕੜ ਦੇ ਵਿੱਚ ਖੁੱਭਿਆਂ ਹੋਇਆਂ ਨੂੰ ਉਹਨਾਂ ਵਿਕਾਰਾਂ ਤੋਂ ਇਲਾਵਾ ਕੁਝ ਹੋਰ ਸੁਝਦਾ ਹੀ ਨਹੀਂ। ਉਹਨਾਂ ਦੇ ਅੰਤਸ਼ਕਰਨ ਦੀ ਮੈਲ ਦੂਰ ਨਹੀਂ ਹੁੰਦੀ। ਰਹਾਓ ਰਖ ਰਖ ਚਰਨ ਧਰੇ ਵਿਚਾਰੇ। ਭਾਈ ਜਿਹੜੇ ਗੁਰੂ ਕੇ ਸਿੱਖ ਨੇ ਨਾ ਉਹ ਆਪਣਾ ਹਰ ਇੱਕ ਪੈਰ ਵਿਚਾਰ ਧਰ ਕੇ ਵਿਚਾਰ ਕਰਕੇ ਪੁੱਟਦੇ ਆ। ਆਪਣੇ ਮਨ ਰੂਪੀ ਪੈਰ ਨੂੰ ਵਿਚਾਰ ਕਰਕੇ ਚੁੱਕ ਕੇ ਅੱਗੇ ਰੱਖਦੇ ਨੇ ਕਿ ਕਿਤੇ ਮੇਰਾ ਇਹ ਮਨ ਰੂਪੀ ਪੈਰ ਇਹੋ ਜੀ ਥਾਂ ਤੇ ਨਾ ਧਰਿਆ ਜਾਵੇ ਜਿੱਥੇ ਜਾ ਕੇ ਮੈਂ ਗਰਕ ਹੋ ਜਾਵਾਂ। क्योंकि गुरु का सिख गुरु के शब्द द्वारा जाग पैंदा है और जागया होया गुरु का सिख विचार करके अपना हर कदम पुटदा है। दुबदा छोड़ भै निरंकारे। जेड़े गुरमुख ने उन्होंने दुबदा छड़ दिती है। दुबदा नूं छड़ के वो निरंकार दा स्वरूप ही हो गए ने। निरंकार दे स्वरूप विच एकमिक हो गए दुबदा नूं छड्ड के। परमेश्वर विच दुबदा नहीं है। वो मनुख परमेश्वर हो जाता जिहदे च दुबदा चली जाए। आखो सतनाम श्री वाहिगुरू। परमेश्वर विच दुबदा नहीं है, मनुख विच दुबदा है। इस करके मनुख जीव है ते परमेश्वर परमेश्वर है क्योंकि उहदे च दुबदा नहीं। जिस मनुख चों दुबदा चली जाए वो मनुख भी परमेश्वर रूप हो जाता। गुरु नानक साहब इत्थे कह रहे हैं साडे अंदर दुबदा क्यों हुंदी है? क्योंकि सानू अपने आउण वाले भविख दा ज्ञान नहीं है। असीं नहीं जानते पल बाद की होना, घड़ी बाद की होना, दोपहर नूं की होना, शाम नूं की होना, कल नूं की होना। सानू इहदा ज्ञान नहीं, इस करके साडे अंदर दुबदा। परमेश्वर की दृष्टि च सब कुछ साफ साफ है।
ਉਹਨੂੰ ਪਤਾ ਹੁਣ ਕੀ ਹੋਣਾ, ਆਉਣ ਵਾਲੇ ਸਮੇਂ 'ਚ ਕੀ ਹੋਣਾ, ਕੱਲ ਕੀ ਹੋਣਾ, ਯੁੱਗਾਂ ਬਾਅਦ ਕੀ ਹੋਣਾ। ਉਹਦੇ ਸਾਹਮਣੇ ਸਭ ਕੁਝ ਪ੍ਰਤੱਖ ਹੈ, ਇਸ ਕਰਕੇ ਉਹਦੇ ਅੰਦਰ ਦੁਬਦਾ ਨਹੀਂ ਹੈ। ਜਿਹੜਾ ਜਗਿਆਸੂ ਪਰਮੇਸ਼ਰ ਦੇ ਚਿੰਤਨ ਵਿੱਚ ਜੁੜ ਕੇ ਉਹਦੀ ਸਾਧਨਾ ਵਿੱਚ ਪਰਪੱਕ ਹੋ ਜਾਂਦਾ, ਉਹਦੇ ਅੰਦਰੋਂ ਵੀ ਦੁਬਦਾ ਚਲੀ ਜਾਂਦੀ ਹੈ। ਔਰ ਜਦੋਂ ਉਹਦੇ ਅੰਦਰੋਂ ਦੁਬਦਾ ਚਲੀ ਜਾਂਦੀ ਹੈ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਉਹ ਨਿਰੰਕਾਰ ਦਾ ਸਰੂਪ ਹੋ ਜਾਂਦਾ। ਭਾਏ ਨਿਰੰਕਾਰੀਏ ਦੁਬਦਾ ਹੀ ਹੈ ਜਿਹੜੀ ਸਾਨੂੰ ਨਿਰੰਕਾਰ ਤੇ ਪ੍ਰਮਾਤਮਾ ਦੇ ਵਿਚਕਾਰ ਪਰਦਾ ਪਾ ਕੇ ਜਾਂ ਇਦਾਂ ਕਹਿ ਲਈਏ ਰੁਕਾਵਟ ਪਾ ਕੇ ਖੜੀ ਹੈ। ਇਸ ਦੁਬਦਾ ਨੇ ਬੜੇ ਬੜੇ ਘਰ ਸਾੜ ਕੇ ਰੱਖ ਦਿੱਤੇ ਆ। ਮਹਾਰਾਜ ਜੀ ਦੇ ਬਚਨ, ਇਸ ਦੁਬਦਾ ਘਰ ਬਹੁਤੇ ਗਾਲੇ। ਇਸ ਦੁਬਦਾ ਨੇ ਬਹੁਤੇ ਘਰਾਂ ਨੂੰ ਗਾਲ ਕੇ ਰੱਖ ਦਿੱਤਾ ਹੈ। ਇਸ ਕਰਕੇ ਭਾਈ ਜਿਨ੍ਹਾਂ ਨੇ ਦੁਬਦਾ ਛੱਡ ਦਿੱਤੀ ਹੈ, ਦੁਬਦਾ ਦਾ ਤਿਆਗ ਕਰ ਦਿੱਤਾ, ਇੱਕ ਪਾਸੇ ਹੋ ਗਏ ਨੇ, ਅੰਨੇ ਬੰਨੇ ਲੱਗ ਗਏ ਨੇ, ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਦਾ ਸਰੂਪ ਹੋ ਗਏ। ਮੁਕਤ ਪਦਾਰਥ ਹਰ ਰਸ ਚਾਖੇ। ਹਰੀ ਦੇ ਨਾਮ ਰਸ ਵਿੱਚੋਂ, ਹਰੀ ਦੇ ਨਾਮ ਰਸ ਨੂੰ ਚੱਖ ਕੇ ਗੁਰਮੁਖਾਂ ਨੇ ਮੁਕਤੀ ਰੂਪੀ ਪਦਾਰਥ ਨੂੰ ਹਾਸਲ ਕਰ ਲਿਆ। ਮੁਕਤੀ ਕੀ ਹੈ? ਉਸ ਮੁਕਤੀ ਦੀ ਅਵਸਥਾ ਨੂੰ ਨਾਮ ਦਾ ਰਸ ਚੱਖ ਕੇ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ ਹੈ। ਆਵਣ ਜਾਣ ਰਹੇ ਗੁਰ ਰਾਖੇ। ਉਹਨਾਂ ਨੂੰ ਆਵਾ ਗਾਉਣ ਤੋਂ ਸਤਿਗੁਰੂ ਜੀ ਨੇ ਰੱਖ ਲਿਆ। ਜਿਨ੍ਹਾਂ ਨੇ ਨਾਮ ਦਾ ਰਸ ਚੱਖਿਆ ਉਹ ਆਵਾ ਗਾਉਣ ਤੋਂ ਰਹਿਤ ਹੋ ਗਏ। ਗੁਰੂ ਨੇ ਤਰਸ ਕਰਕੇ ਉਹਨਾਂ ਨੂੰ ਜਨਮ ਮਰਨ ਤੋਂ ਬਚਾ ਲਿਆ, ਰੱਖ ਲਿਆ। ਸਰਵਰ ਹੰਸਾ ਛੋੜ ਨਾ ਜਾਏ। ਇਹ ਭਾਈ ਸਾਧ ਸੰਗਤ ਰੂਪੀ ਜਾਂ ਗੁਰੂ ਰੂਪੀ ਮਾਨ ਸਰੋਵਰ ਨੂੰ ਗੁਰੂ ਕਾ ਸਿੱਖ ਰੂਪੀ ਹੰਸ ਛੱਡ ਕੇ ਦੂਰ ਨਹੀਂ ਜਾਂਦਾ। ਯਾਨੀ ਕਿ ਗੁਰੂ ਕਾ ਸਿੱਖ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੁੰਦਾ। ਗੁਰੂ ਕਾ ਸਿੱਖ ਜਾਣਦਾ ਹੈ ਕਿ ਗੁਰੂ ਤੋਂ ਬੇਮੁਖ ਹੋਇਆ ਮੁਕਤੀ ਨਹੀਂ ਮਿਲਣੀ। ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡ ਕੇ ਗੁਰੂ ਕਾ ਸਿੱਖ ਰੂਪੀ ਹੰਸ ਨਹੀਂ ਜਾਂਦਾ। ਯਾਨੀ ਕਿ ਸਿੱਖ ਗੁਰੂ ਤੋਂ ਬੇਮੁਖ ਨਹੀਂ ਹੁੰਦਾ। ਪ੍ਰੇਮ ਭਗਤ ਕਰ ਸਹਿਜ ਸਮਾਏ। ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਜਿਹੜਾ ਗੁਰਮੁਖ ਹੈ ਉਹ ਸਹਿਜ ਦੀ ਅਵਸਥਾ ਵਿੱਚ, ਤੁਰਿਆ ਪਦ ਦੀ ਅਵਸਥਾ ਵਿੱਚ ਸਮਾ ਕੇ ਅਭੇਦ ਹੁੰਦਾ ਹੈ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਇਹ ਭਾਈ ਗੁਰੂ ਵਿੱਚ ਸਿੱਖ ਮਿਲਿਆ ਹੋਇਆ ਤੇ ਸਿੱਖ ਵਿੱਚ ਗੁਰੂ ਮਿਲਿਆ ਹੋਇਆ। ਜਿਵੇਂ ਮਾਨ ਸਰੋਵਰ ਵਿੱਚ ਹੰਸ ਹੈ ਤੇ ਹੰਸ ਵਿੱਚ ਮਾਨ ਸਰੋਵਰ ਹੈ, ਤੈਸੇ ਸਿੱਖ ਗੁਰੂ ਵਿੱਚ ਹੈ ਤੇ ਗੁਰੂ ਸਿੱਖਾਂ ਵਿੱਚ ਵਰਤਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ ਹੈ, ਗੁਰੂ ਕੇ ਸਿੱਖਾਂ ਵਿੱਚ ਗੁਰੂ ਵਰਤਦਾ ਹੈ। ਸਿੱਖ ਗੁਰੂ ਵਿੱਚ ਵਰਤਦਾ ਹੈ ਔਰ ਗੁਰੂ ਸਿੱਖ ਵਿੱਚ ਵਰਤਦਾ ਹੈ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਸ਼ਮੀਰ ਹਨ। ਸਿੱਖਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ। ਜਿਹੜਾ ਰਸਤਾ ਸਤਿਗੁਰਾਂ ਦੇ ਦਰ ਨੂੰ ਜਾਂਦਾ ਹੈ, ਉਸੇ ਰਸਤੇ ਦੇ ਉੱਤੇ ਆਪਣਾ ਇੱਕ ਛੋਟਾ ਜਿਹਾ ਰਹਿਣ ਬਸੇਰਾ ਬਣਾ ਕੇ ਇੱਕ ਮਹਾਨ ਗੁਰੂ ਕਾ ਸਿੱਖ ਰਹਿੰਦਾ ਹੈ, ਜਿਹਦਾ ਨਾਮ ਹੈ ਭਾਈ ਕੱਟੂ ਸ਼ਾਹ। ਆਤਮਦਰਸ਼ੀ ਤਰਕਾਲਦਰਸ਼ੀ ਗੁਰੂ ਕਾ ਸਿੱਖ ਹੈ। ਰੋਜ਼ਾਨਾ 51 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਦਾ ਹੈ। ਗੁਰਬਾਣੀ ਦਾ ਅਭਿਆਸੀ ਹੈ, ਸਿਮਰਨ ਦਾ ਅਭਿਆਸੀ ਹੈ। ਇਤਨੀ ਸਾਧਨਾ ਕੀਤੀ ਕਿ ਸਾਧਨਾ ਕਰਦਿਆਂ ਕਰਦਿਆਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਇੱਕਮਿਕ ਹੋ ਗਏ ਨੇ। ਆਉਂਦੇ ਜਾਂਦੇ ਗੁਰਸਿੱਖ ਕਈ ਵਾਰੀ ਉਹਨਾਂ ਦੇ ਰਹਿਣ ਬਸੇਰੇ ਤੇ ਦੁਪਹਿਰਾ ਕੱਟ ਲੈਂਦੇ ਸਨ ਤੇ ਚਲੇ ਜਾਂਦੇ ਸੀ। ਜਥਾ ਸ਼ਕਤੇ ਨੇ ਉਹਨਾਂ ਦੀ ਸੇਵਾ ਟਹਿਲ ਕਰਨੀ, ਜਲ ਪਾਣੀ ਛਕਾਉਣਾ। ਇਤਨੇ ਨੂੰ ਇੱਕ ਸਿੱਖ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਹੈ।
ਦੁਪਹਿਰ ਦਾ ਸਮਾਂ ਜਾਣ ਕੇ ਭਾਈ ਕੱਟੂ ਸ਼ਾਹ ਦੇ ਰੈਣ ਬਸੇਰੇ ਤੇ ਆਣ ਟਿਕਿਆ। ਭਾਈ ਕੱਟੂ ਸ਼ਾਹ ਜੀ ਨੇ ਜਲ ਪਾਣੀ ਛਕਾਇਆ। ਉਹਦੇ ਹੱਥ ਵਿੱਚ ਇੱਕ ਕੁੱਜਾ ਹੈ ਤੋਂ ਕੱਜਿਆ ਹੋਇਆ। ਭਾਈ ਕੱਟੂ ਸ਼ਾਹ ਨੇ ਸੁਭਾਵਕ ਪੁੱਛ ਲਿਆ, ਭਾਈ ਸਿੱਖਾ ਇਹ ਕੀ ਹੈ? ਕਹਿਣ ਲੱਗਾ, ਭਾਈ ਕੱਟੂ ਸ਼ਾਹ ਜੀ ਇਹਦੇ 'ਚ ਸ਼ਹਿਦ ਹੈ, ਛੋਟੀ ਮੱਖੀ ਦਾ ਸ਼ਹਿਦ ਹੈ। ਇਹਨੂੰ ਨਿਵਾਤ ਕਹਿ ਲਈਏ ਤੇ ਅਤ ਕਥਨੀ ਨਹੀਂ, ਬੜੇ ਕਮਾਲ ਦਾ ਸ਼ਹਿਦ ਹੈ। ਇਹ ਸ਼ਹਿਦ ਕਿਤੇ ਆਮ ਸੰਸਾਰ ਵਿੱਚ ਨਹੀਂ ਮਿਲਦਾ, ਬੜਾ ਦੁਰਲਭ ਹੈ। ਇਹਨੂੰ ਖਾਇਆ ਸਰੀਰ ਸਵਸਥ ਹੁੰਦਾ, ਵਾਤ ਔਰ ਕਫ ਦੇ ਰੋਗ ਦੀ ਨਿਵਰਤੀ ਹੁੰਦੀ ਹੈ। ਇਹ ਬੜਾ ਕੀਮਤੀ ਸ਼ਹਿਦ ਹੈ। ਮੈਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਬਕਾਇਦਾ ਉਚੇਚੇ ਤੌਰ ਤੇ ਆਪ ਹੀ ਚੋ ਕੇ ਲਿਆਇਆ ਛੋਟੀ ਮੱਖੀ ਦਾ ਸ਼ਹਿਦ। ਉਹਨੇ ਸ਼ਹਿਦ ਦੀਆਂ ਬੜੀਆਂ ਸਿਫਤਾਂ ਕੀਤੀਆਂ। ਭਾਈ ਕੱਟੂ ਸ਼ਾਹ ਜੀ ਕਹਿਣ ਲੱਗੇ, ਸਿੱਖਾ ਜੇ ਇੰਨਾ ਪਿਆਰਾ ਤੇ ਕੀਮਤੀ ਸ਼ਹਿਦ ਹੈ, ਤੂੰ ਕਹਿੰਦਾ ਖਾਣ ਵਿੱਚ ਵੀ ਬੜਾ ਸਵਾਦੀ ਨਿਵਾਤ ਹੈ, ਤਾਂ ਫਿਰ ਏਦਾਂ ਕਰ ਥੋੜਾ ਜਿਹਾ ਮੈਨੂੰ ਵੀ ਦੇ, ਮੈਂ ਚੱਖ ਕੇ ਵੇਖਾਂ। ਕਹਿਣ ਲੱਗਾ, ਇਹ ਤਾਂ ਨਹੀਂ ਹੋ ਸਕਦਾ, ਇਹ ਤਾਂ ਮੈਂ ਗੁਰੂ ਪਾਤਸ਼ਾਹ ਲਈ ਲੈ ਕੇ ਆਇਆ ਹਾਂ, ਤੇ ਮੈਂ ਪਹਿਲਾਂ ਤੈਨੂੰ ਕਿਵੇਂ ਦੇ ਦਿਆਂ? ਤਾਂ ਝੂਠਾ ਹੋ ਜਾਏਗਾ ਜੇ ਤੈਨੂੰ ਦੇ ਦਿੱਤਾ। ਭਾਈ ਕੱਟੂ ਸ਼ਾਹ ਕਹਿੰਦੇ, ਝੂਠਾ ਤਾਂ ਇਹ ਉਦੋਂ ਹੀ ਹੋ ਗਿਆ ਸੀ ਜਦੋਂ ਮੱਖੀਆਂ ਨੇ ਆਪਣੇ ਮੂੰਹ ਵਿੱਚੋਂ ਕੱਢਿਆ। ਝੂਠਾ ਤਾਂ ਉਦੋਂ ਹੀ ਹੋ ਗਿਆ ਸੀ, ਹੁਣ ਕਿਵੇਂ ਤੂੰ ਕਹਿਣਾ ਵੀ ਇਹ ਸੁੱਚਾ ਹੈ? ਕਹਿੰਦਾ, ਜੀ ਨਹੀਂ, ਮੈਂ ਆਪਣੇ ਮਨ 'ਚ ਮਨਸਾ ਧਾਰ ਕੇ ਆਇਆ ਵੀ ਇਹ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣਾ। ਭਾਈ ਕੱਟੂ ਸ਼ਾਹ ਨੇ ਆਖਿਆ, ਮੈਂ ਕਿਹੜਾ ਤੇਰੇ ਕੋਲੋਂ ਵਿੱਚੋਂ ਅੱਧਾ ਹਿੱਸਾ ਪਿਆ ਮੰਗਦਾ, ਆ ਥੋੜਾ ਜਿਹਾ ਚਮਚਾ ਖੰਡ ਹੀ ਦੇ ਦੇ। ਕਹਿੰਦਾ, ਨਹੀਂ ਮੈਂ ਨਹੀਂ ਦੇਣਾ। ਅਖੀਰ ਭਾਈ ਕੱਟੂ ਸ਼ਾਹ ਕਹਿੰਦੇ, ਆ ਮਾੜਾ ਜਿਹਾ ਉਂਗਲੀ ਨੂੰ ਲਾ ਕੇ ਮੇਰੀ ਤਲੀ ਨੂੰ ਹੀ ਲਾ ਦੇ, ਇੰਨਾ ਕੀ ਦੇ ਦੇ, ਮੈਂ ਚੱਖ ਕੇ ਤਾਂ ਵੇਖਾਂ ਵੀ ਇਹ ਤੇਰਾ ਸ਼ਹਿਦ ਕਿਹੋ ਜਿਹਾ ਹੈ ਜਿਹੜਾ ਤੂੰ ਛੋਟੀ ਮੱਖੀ ਦਾ ਸ਼ਹਿਦ ਲਿਆਇਆ। ਗੱਲ ਕੀ, ਭਾਈ ਕੱਟੂ ਸ਼ਾਹ ਮਿੰਨਤਾਂ ਕਰਦੇ ਰਹਿ ਗਏ, ਉਸ ਸਿੱਖ ਨੇ ਸ਼ਹਿਦ ਨਹੀਂ ਦਿੱਤਾ। ਸ਼ਹਿਦ ਲੈ ਕੇ ਮਹਾਰਾਜ ਜੀ ਦੇ ਕੋਲ ਪਹੁੰਚਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ, ਹਾਂ ਭਾਈ ਸਿੱਖਾ ਕੀ ਲਿਆਇਆ? ਕਹਿੰਦਾ, ਜੀ ਤੁਹਾਡੇ ਲਈ ਸ਼ਹਿਦ ਲਿਆਇਆ, ਛੋਟੀ ਮੱਖੀ ਦਾ, ਬੜਾ ਕੀਮਤੀ ਸ਼ਹਿਦ ਹੈ, ਦੁਰਲਭ ਸ਼ਹਿਦ ਹੈ। ਮਹਾਰਾਜ ਜੀ ਕਹਿਣ ਲੱਗੇ, ਦਿਖਾਈ। ਜਦੋਂ ਕੁੱਜੇ ਤੋਂ ਕੱਪੜਾ ਚੁੱਕਿਆ ਤੇ ਉਸ ਸ਼ਹਿਦ ਵਿੱਚ ਕੀੜੇ ਪਏ ਹੋਏ ਸਨ। ਸ਼ਹਿਦ ਇੱਕ ਇਹੋ ਜਿਹੀ ਵਸਤ ਹੈ ਜਿਹੜੀ ਕਿਤਨੇ ਹੀ ਮਹੀਨਿਆਂ ਤੱਕ ਪਈ ਰਹੇ, ਕਿਤਨੇ ਹੀ ਸਾਲਾਂ ਤੱਕ ਪਈ ਰਹੇ, ਉਹ ਖਰਾਬ ਨਹੀਂ ਹੁੰਦੀ। ਪਰ ਦੰਗ ਹੋ ਗਿਆ ਵੀ ਸ਼ਹਿਦ 'ਚ ਕੀੜੇ ਕਿਵੇਂ ਪੈ ਸਕਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਇਹਦੇ 'ਚ ਕੀੜੇ ਤਾਂ ਪਏ ਨੇ ਕਿਉਂਕਿ ਅਸੀਂ ਤੇਰੀਆਂ ਮਿੰਨਤਾਂ ਕਰਦੇ ਰਹੇ ਵੀ ਸਾਨੂੰ ਸ਼ਹਿਦ ਛਕਾ। ਤੇਰੀਆਂ ਬਾਰ-ਬਾਰ ਮਿੰਨਤਾਂ ਕੀਤੀਆਂ ਵੀ ਥੋੜਾ ਜਿਹਾ ਰੱਤੀ ਭਰ ਛਕਾ, ਇੱਥੋਂ ਤੱਕ ਵੀ ਤੈਨੂੰ ਕਿਹਾ ਵੀ ਉਂਗਲੀ ਨੂੰ ਲਾ ਕੇ ਮਾੜਾ ਜਿਹਾ ਤਲੀ ਨੂੰ ਹੀ ਲਾ ਦੇ, ਅਸੀਂ ਇੰਨੇ ਨਾਲ ਹੀ ਚੱਖ ਕੇ ਵੇਖ ਲਾਂਗੇ। ਤੇਰੀਆਂ ਮਿੰਨਤਾਂ ਕਰ ਹਟੇ ਪਰ ਤੂੰ ਸਾਨੂੰ ਸ਼ਹਿਦ ਨਹੀਂ ਦਿੱਤਾ, ਇਸ ਕਰਕੇ ਸਾਡੇ ਛਕਣ ਲਾਇਕ ਨਹੀਂ ਰਿਹਾ, ਇਹਦੇ 'ਚ ਕੀੜੇ ਪੈ ਗਏ ਹੈ। ਸਿੱਖ ਕਹਿਣ ਲੱਗਾ, ਮਹਾਰਾਜ ਤੁਸੀਂ ਸ਼ਹਿਦ ਮੰਗੋ ਤੇ ਮੈਂ ਕਿਉਂ ਨਾ ਦਿੰਦਾ, ਇਹ ਤਾਂ ਲਿਆਇਆ ਹੀ ਤੁਹਾਡੇ ਵਾਸਤੇ ਸਾਂ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸਿੱਖਾ ਭਾਈ ਕੱਟੂ ਸ਼ਾਹ ਦੇ ਅੰਦਰ ਬੈਠਾ ਮੈਂ ਹੀ ਮੰਗਦਾ ਸੀ, ਜੇ ਉਹਨੂੰ ਛਕਾ ਦਿੰਦਾ ਤੇ ਮੇਰੇ ਤੱਕ ਪਹੁੰਚ ਜਾਣਾ ਸੀ। ਭਾਈ ਕੱਟੂ ਸ਼ਾਹ ਨੇ ਤੇਰੀਆਂ ਮਿੰਨਤਾਂ ਨਹੀਂ ਕੀਤੀਆਂ, ਉਹ ਮੈਂ ਪਿਆ ਕਹਿੰਦਾ ਸੀ ਤੈਨੂੰ, ਜਾ ਇਹ ਸ਼ਹਿਦ ਭਾਈ ਕੱਟੂ ਸ਼ਾਹ ਨੂੰ ਛਕਾਏਗਾ ਤਾਂ ਮੈਨੂੰ ਪ੍ਰਵਾਨ ਹੋਵੇਗਾ। ਸਿੱਖ ਉਹ ਸ਼ਹਿਦ ਵਾਪਸ ਲੈ ਕੇ ਜਦੋਂ ਗਿਆ ਤੇ ਜਿਹਦੇ 'ਚ ਪਹਿਲਾਂ ਕੀੜੇ ਪਏ ਹੋਏ ਵੇਖਿਆ, ਬਿਲਕੁਲ ਸਾਫ਼ ਸ਼ੁੱਧ ਸ਼ਹਿਦ ਭਾਈ ਕੱਟੂ ਸ਼ਾਹ ਨੂੰ ਛਕਾਇਆ। ਮਹਾਰਾਜ 6ਵੇਂ ਪਾਤਸ਼ਾਹ ਕਹਿੰਦੇ, ਸਾਡੇ ਤੱਕ ਪਹੁੰਚ ਗਿਆ। ਗੁਰੂ ਨਾਨਕ ਸਾਹਿਬ ਦੇ ਇੱਥੇ ਅੰਮ੍ਰਿਤ ਬੋਲ ਨੇ, ਸਰਵਰ ਮੈਂ ਹੰਸ, ਹੰਸ ਮਹਿ ਸਾਗਰ। ਗੁਰੂ ਰੂਪੀ ਮਾਨ ਸਰੋਵਰ ਵਿੱਚ ਗੁਰੂ ਕੇ ਸਿੱਖ ਰੂਪੀ ਹੰਸ ਵਰਤਦੇ ਨੇ, ਔਰ ਗੁਰੂ ਕੇ ਸਿੱਖਾਂ ਦੇ ਵਿੱਚ ਗੁਰੂ ਵਰਤਦਾ ਹੈ। ਦੋਵੇਂ ਇੱਕ ਸਰੂਪ ਦੇ ਵਿੱਚ ਅਭੇਦ ਹਨ। ਤੋ ਇੱਥੇ ਗਰੀਬ ਨਵਾਜ ਪਾਤਸ਼ਾਹ ਇਹ ਸੁਚੇਤ ਕਰਕੇ ਸਾਨੂੰ ਦੱਸਦੇ ਹਨ, ਕਥ ਕਥਾ ਗੁਰ
ਬਚਨੇ ਆਦਰ। ਮੇਰੇ ਗੁਰੂ ਦੀ ਕਥਾ ਅਕਥ ਹੈ, ਕਥਨ ਵਿੱਚ ਨਹੀਂ ਆਉਂਦੀ। ਗੁਰੂ ਕੇ ਬਚਨਾਂ ਦੁਆਰਾ ਭਾਈ ਸੰਸਾਰ ਵਿੱਚ ਆਦਰ ਮਿਲਦਾ ਹੈ। ਜਿਹੜਾ ਕੋਈ ਗੁਰੂ ਕੇ ਬਚਨ ਕਮਾਉਂਦਾ ਹੈ, ਗੁਰੂ ਕੇ ਬਚਨਾਂ ਦਾ ਅਭਿਆਸ ਕਰਦਾ ਹੈ, ਉਹਦਾ ਲੋਕ ਪਰਲੋਕ ਵਿੱਚ ਆਦਰ ਹੈ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ, ਸੁਨ ਮੰਡਲ ਦਾ ਮਤਲਬ ਹੁੰਦਾ ਅਫੁਰ ਸਮਾਧੀ। ਉਹ ਅਵਸਥਾ ਜਿੱਥੇ ਕੋਈ ਫੁਰਨਾ ਕਫੁਰਨਾ ਸੰਕਲਪ ਵਿਕਲਪ ਨਹੀਂ ਹੈ। ਇੱਕ ਐਸੀ ਅਵਸਥਾ ਜਿਹੜੀ ਸ਼ੁੰਨ ਆਕਾਸ਼ ਦੇ ਸਮਾਨ, ਜਿਵੇਂ ਆਕਾਸ਼ ਨਿਰਖੋਭ ਹੁੰਦਾ ਹੈ, ਇਉਂ ਆਕਾਸ਼ ਵਾਂਗੂ ਨਿਰਖੋਭ ਅਵਸਥਾ ਜਿੱਥੇ ਕੋਈ ਵੀ ਫੁਰਨਾ ਨਾ ਰਹੇ, ਉਹਨੂੰ ਸੁੰਨ ਮੰਡਲ ਕਹਿੰਦੇ ਹਨ। ਇਹੋ ਜਿਹੇ ਸੁੰਨ ਮੰਡਲ ਵਿੱਚ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਜੋਗੀ ਬੈਸੇ, ਯਾਨੀ ਕਿ ਕੋ ਨੇ ਜਿਹੜੇ ਜੋਗੀ ਬਣ ਕੇ ਬੈਠੇ ਨੇ, ਜੁੜੇ ਹੋਏ। ਜੋਗੀ ਦਾ ਅਰਥ ਕਰਾਂਗੇ ਜੁੜੇ ਹੋਏ। ਜਿਹੜੇ ਜੁੜੇ ਹੋਏ ਬੈਠੇ ਨੇ ਆਪਣੀ ਇਹੋ ਜੀ ਅਵਸਥਾ ਵਿੱਚ ਜਿੱਥੇ ਕੋਈ ਫੁਰਨਾ ਸੰਕਲਪ ਵਿਕਲਪ ਨਹੀਂ, ਸੁਨ ਮੰਡਲ 'ਚ ਬੈਠੇ ਹਨ। ਨਾਰ ਨ ਪੁਰਖ ਕਹੋ ਕਉ ਕੈਸੇ। ਉਹ ਜਿਹੜਾ ਸੁਨ ਮੰਡਲ ਹੈ ਨਾ, ਉੱਥੇ ਜਿਹੜੀ ਅਵਸਥਾ ਹੈ, ਉੱਥੇ ਜਿਹੜਾ ਸਵਰੂਪ ਹੈ, ਉਹਨੂੰ ਤੁਸੀਂ ਨਾ ਇਸਤਰੀ ਕਹਿ ਸਕਦੇ ਹੋ, ਨਾ ਹੀ ਪੁਰਖ ਕਹਿ ਸਕਦੇ ਹੋ। ਉੱਥੇ ਨਾ ਇਸਤਰੀ ਭਾਵ ਰਹਿੰਦਾ, ਨਾ ਹੀ ਪੁਰਖ ਭਾਵ ਰਹਿੰਦਾ, ਕਿਉਂਕਿ ਆਤਮਾ ਸਵਰੂਪ ਪ੍ਰਮਾਤਮਾ ਸਵਰੂਪ ਹੈ, ਪ੍ਰਕਾਸ਼ ਰੂਪ ਹੈ। ਹੁਣ ਪ੍ਰਕਾਸ਼ ਨੂੰ ਤੁਸੀਂ ਇਸਤਰੀ ਲਿੰਗ ਕਹੋਗੇ ਕਿ ਪੁਲਿੰਗ ਕਹੋਗੇ, ਉਹ ਤਾਂ ਹੈ ਹੀ ਪ੍ਰਕਾਸ਼। ਜਦੋਂ ਕੋਈ ਸੁਨ ਮੰਡਲ ਵਿੱਚ ਚਲਾ ਜਾਏ, ਪਾਤਸ਼ਾਹ ਕਹਿੰਦੇ ਉੱਥੇ ਨਾ ਇਸਤਰੀ ਦਾ ਭਾਵ ਹੈ, ਨਾ ਹੀ ਕੋਈ ਪੁਰਖ ਦਾ ਭਾਵ ਹੈ। ਪ੍ਰਭਾਵਨ ਜੋਤ ਰਹੇ ਲਿਵ ਲਾਏ। ਇਹ ਅਵਸਥਾ ਬਣ ਜਾਂਦੀ ਆ ਉੱਥੇ ਜਾ ਕੇ ਕਿ ਤਿੰਨਾਂ ਭਾਵਨਾ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਰਮੀ ਹੋਈ ਹੈ। ਉਹ ਫਿਰ ਉਸੇ ਨਾਲ ਆਪਣੀ ਲਿਵ ਲਾ ਕੇ ਸੁਰਤ ਜੋੜ ਕੇ ਰੱਖਦੇ ਹਨ। ਸੁਰ ਨਰ ਨਾਥ ਸੱਚੇ ਸਰਣਾਏ। ਜਿਤਨੇ ਸੁਰ ਦੇਵਤੇ ਨੇ, ਜਿਤਨੇ ਨਰ ਮਨੁੱਖ ਨੇ, ਫਿਰ ਉਹਨਾਂ ਦੇ ਜਿਹੜੇ ਨਾਥ ਰਾਜੇ ਨੇ, ਹੇ ਸੱਚੇ, ਇਹ ਸਭ ਤੇਰੀ ਸ਼ਰਨ ਵਿੱਚ ਨੇ, ਸਭ ਤੇਰੀ ਪਨਾਹ ਵਿੱਚ ਨੇ। ਇਹਨਾਂ ਸਾਰਿਆਂ ਦਾ ਖਾਵੰਦ, ਇਹਨਾਂ ਸਾਰਿਆਂ ਦਾ ਮਾਲਕ ਸੁਆਮੀ ਤੂੰ ਹੈ। ਆਨੰਦ ਮੂਲ ਅਨਾਥ ਉਧਾਰੇ। ਪਰਮੇਸ਼ਰ ਆਨੰਦ ਦਾ ਮੂਲ ਹੈ। ਆਨੰਦ ਮੂਲ, ਆਨੰਦ ਦਾ ਮੂਲ। ਮੂਲ ਕਹਿੰਦੇ ਨੇ ਉਸ ਜੜ ਨੂੰ ਜਿੱਥੋਂ ਦਰਖਤ ਪੈਦਾ ਹੋਵੇ। ਉਸ ਜੜ ਤੋਂ ਬਿਨਾਂ ਦਰਖਤ ਦਾ ਕੀ ਹੋਂਦਾ? ਮਹਾਰਾਜ ਜੀ, ਤੁਸੀਂ ਆਨੰਦ ਦੀ ਜੜ ਹੋ, ਜਿੱਥੋਂ ਆਨੰਦ ਪੈਦਾ ਹੁੰਦਾ ਹੈ। ਤੁਸੀਂ ਆਨੰਦ ਦਾ ਮੂਲ ਹੋ, ਆਨੰਦ ਮੂਲ। ਅਨਾਥ ਆਧਾਰੀ, ਮਹਾਰਾਜ ਜੀ ਅਨਾਥਾਂ ਦੇ ਨਾਥ ਹੋ। ਆਧਾਰੀ ਕਹੀਏ ਜਿਤਨੇ ਸੰਸਾਰ ਦੇ ਪ੍ਰਾਣੀ ਹਨ, ਉਹਨਾਂ ਸਾਰਿਆਂ ਦਾ ਆਧਾਰ, ਉਹਨਾਂ ਸਾਰਿਆਂ ਦਾ ਆਸਰਾ ਤੁਸੀਂ ਹੋ। ਗੁਰਮੁਖ ਭਗਤ ਸਹਿਜ ਵਿਚਾਰੇ। ਜਿਹੜੇ ਗੁਰਮੁਖ ਨੇ ਉਹ ਭਗਤੀ ਦੁਆਰਾ ਸਹਿਜ ਨੂੰ ਵਿਚਾਰਦੇ ਨੇ। ਸਹਿਜ ਦਾ ਅਰਥ ਕਰਾਂਗੇ ਗਿਆਨ। ਗੁਰਮੁਖ ਭਗਤੀ ਦੇ ਦੁਆਰਾ ਗਿਆਨ ਨੂੰ ਵਿਚਾਰਦੇ ਹਨ ਕਿ ਗਿਆਨ ਕੀ ਹੈ। ਜਿਹੜਾ ਗਿਆਨ ਕਿਤਾਬਾਂ 'ਚੋਂ ਹਾਸਲ ਹੋਵੇ ਚਾਹੀਦਾ ਉਹ ਵੀ ਹੈ, ਕਿਤਾਬਾਂ ਪੁਸਤਕਾਂ ਪੜ੍ਹਦੀਆਂ ਚਾਹੀਏ, ਪਰ ਉਹੀ ਗਿਆਨ ਸਭ ਕੁਝ ਗਿਆਨ ਨਹੀਂ ਹੈ। ਇੱਕ ਗਿਆਨ ਨਿਰੰਕਾਰ ਦੀ ਭਗਤੀ 'ਚੋਂ ਉਪਜਦਾ, ਜਿਹਨੂੰ ਨਿਜ ਆਪੇ ਦਾ ਗਿਆਨ ਕਹਿੰਦੇ ਹਨ। ਪਾਤਸ਼ਾਹ ਕਹਿੰਦੇ ਗੁਰਮੁਖ ਭਗਤੀ ਦੁਆਰਾ ਉਸ ਗਿਆਨ ਨੂੰ ਵਿਚਾਰਦੇ ਹਨ। ਭਗਤ ਵਛਲ ਭੈ ਕਾਟਨ ਹਾਰੇ। ਪਰਮੇਸ਼ਰ ਭਗਤ ਵਛਲ ਹੈ, ਉਹ ਭਗਤਾਂ ਨਾਲ ਪਿਆਰ ਕਰਦਾ ਹੈ ਔਰ ਆਪਣੇ ਭਗਤਾਂ ਦੇ ਭੈ ਨੂੰ ਕੱਟਣੇ ਵਾਲਾ ਹੈ, ਭੈ ਨੂੰ ਨਿਵਾਰਨੇ ਵਾਲਾ ਹੈ। ਹਉ ਮੈਂ ਮਾਰ
ਮੇਲੇ ਪਗ ਧਾਰੇ। ਗੁਰਮੁਖ ਹਉਮੈ ਨੂੰ ਮਾਰ ਕੇ ਪ੍ਰਮਾਤਮਾ ਦੇ ਦੱਸੇ ਮਾਰਗ ਤੇ ਚੱਲ ਕੇ ਪਰਮੇਸ਼ਰ ਨੂੰ ਪ੍ਰਾਪਤ ਹੁੰਦੇ ਹਨ। ਅਨਕ ਯਤਨ ਕਰ ਕਾਲ ਸੰਤਾਏ। ਜਿਹੜਾ ਮਨਮੁਖ ਹੈ ਉਹਨੂੰ ਤਾਂ ਅਨੇਕਾਂ ਪ੍ਰਕਾਰ ਨਾਲ ਮੌਤ ਹੀ ਸਤਾਉਂਦੀ ਰਹਿੰਦੀ ਹੈ, ਕਿਉਂਕਿ ਮਨਮੁਖ ਬਾਰ-ਬਾਰ ਜੰਮਦੇ ਮਰਦੇ ਰਹਿੰਦੇ ਹਨ। ਤੋ ਮਨਮੁਖਾਂ ਨੂੰ ਅਨੇਕਾਂ ਯਤਨਾਂ ਕਰਕੇ ਕਾਲ ਜਿਹੜਾ ਹੈ, ਮੌਤ ਜਿਹੜੀ ਹੈ ਉਹ ਸਤਾਉਂਦੀ ਹੈ, ਭਾਵ ਉਹਨਾਂ ਨੂੰ ਆਹਤ ਕਰਦੀ ਹੈ, ਦੁਖੀ ਕਰਦੀ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਇਹ ਭਾਈ ਇਹ ਸੰਸਾਰ ਵਿੱਚ ਜੀਵ ਆਪਣਾ ਮਰਨਾ ਲਿਖਾ ਕੇ ਆਏ ਨੇ। ਹਰ ਇੱਕ ਪ੍ਰਾਣੀ ਆਪਣੀ ਮੌਤ ਲਿਖਾ ਕੇ ਸੰਸਾਰ ਵਿੱਚ ਆਇਆ। ਜਨਮ ਪਦਾਰਥ ਦੁਬਦਾ ਖੋਵੈ। ਮਨਮੁਖ ਬੰਦੇ ਆਪਣੇ ਇਸ ਜਨਮ ਰੂਪੀ ਪਦਾਰਥ ਨੂੰ ਦੁਬਦਾ ਚ ਗਵਾ ਲੈਂਦੇ ਹਨ। ਉਹ ਦੁਬਦਾ ਵਿੱਚ ਆਪਣੇ ਇਸ ਸਾਰੇ ਜਨਮ ਦੀ ਬਾਜੀ ਨੂੰ ਹਾਰ ਜਾਂਦੇ ਹਨ। ਆਪ ਨ ਚੀਨਸ ਭ੍ਰਮ ਭ੍ਰਮ ਰੋਵੈ। ਮਨਮੁਖ ਬੰਦਾ ਕਦੇ ਵੀ ਆਪਣੇ ਆਪੇ ਨੂੰ ਨਹੀਂ ਜਾਣਦਾ। ਉਹ ਭਰਮਦਾ ਰੋਂਦਾ ਕੁਰਲਾਉਂਦਾ ਬਾਰ-ਬਾਰ ਮਰਦਾ ਤੇ ਜੰਮਦਾ ਹੈ। ਕਹਤਾਉ ਪੜਤਾਉ ਸੁਣਤਾਉ ਏਕ। ਦੂਜੇ ਪਾਸੇ ਜਿਹੜਾ ਗੁਰਮੁਖ ਹੈ ਉਹ ਕਹਿੰਦਾ ਵੀ ਇੱਕ ਨੂੰ ਹੈ, ਯਾਨੀ ਕਿ ਇੱਕ ਦੀ ਆਰਾਧਨਾ ਕਰਦਾ। ਪੜਦਾ ਵੀ ਇੱਕ ਨੂੰ ਹੈ ਤੇ ਸੁਣਦਾ ਵੀ ਇੱਕ ਨੂੰ ਹੀ ਹੈ। ਦੋ ਦੀ ਦੁਬਦਾ ਦੀ ਤਾਂ ਗੱਲ ਹੀ ਨਹੀਂ ਹੁੰਦੀ ਗੁਰਮੁਖ ਦੇ ਹਿਰਦੇ 'ਚ। ਉਹ ਕਹਿੰਦਾ ਵੀ ਇੱਕ ਨੂੰ ਹੈ, ਪੜਦਾ ਵੀ ਇੱਕ ਨੂੰ ਹੈ ਤੇ ਸੁਣਦਾ ਵੀ ਇੱਕ ਨੂੰ ਹੈ। ਧੀਰਜ ਧਰਮ ਧਰਨੇ ਧਰ ਟੇਕ। ਗੁਰਮੁਖ ਦੇ ਹਿਰਦੇ ਵਿੱਚ ਧੀਰਜ ਹੈ, ਧਰਮ ਹੈ। ਔਰ ਇਉਂ ਸਮਝ ਲਓ ਕਿ ਜਿਵੇਂ ਧਰਤੀ ਵਿੱਚ ਧੀਰਜ ਹੈ, ਧਰਤੀ ਵਿੱਚ ਟਿਕਾ ਹੈ, ਤੈਸੇ ਗੁਰਮੁਖ ਦੇ ਹਿਰਦੇ ਵਿੱਚ ਧੀਰਜ ਤੇ ਧਰਮ ਹੈ। ਜਾਤ ਸਤ ਸੰਜਮ ਹਿਰਦੈ ਸਮਾਏ। ਗੁਰਮੁਖਾਂ ਦੇ ਹਿਰਦਿਆਂ ਵਿੱਚ ਜਤ ਵੀ ਹੈ, ਸਤ ਵੀ ਹੈ, ਮਰਿਆਦਾ ਵੀ ਹੈ। ਸੰਜਮ ਨਾਮ ਹੈ ਮਰਿਆਦਾ ਦਾ। ਇਹ ਗੁਰਮੁਖ ਦੇ ਹਿਰਦੇ 'ਚ ਸਭ ਕੁਝ ਸਮਾਇਆ ਹੋਇਆ ਹੈ। ਚੌਥੇ ਪਦ ਕਉ ਜੇ ਮਨ ਪਤਿਆਏ। ਮਹਾਰਾਜ ਜੀ ਕਹਿੰਦੇ ਚੌਥੇ ਪਦ ਵਿੱਚ, ਜਿਹਨੂੰ ਤੁਰਿਆ ਪਦ ਕਹਿੰਦੇ ਹਨ, ਉੱਥੇ ਗੁਰਮੁਖ ਜਨਾਂ ਦਾ ਮਨ ਪਤੀਜਦਾ ਹੈ। ਸਾਚੇ ਨਿਰਮਲ ਮੈਲ ਨ ਲਾਗੈ। ਇਹ ਭਾਈ ਪਰਮੇਸ਼ਰ ਸੱਚ ਸਰੂਪ ਹੈ ਔਰ ਇਤਨਾ ਨਿਰਮਲ ਹੈ ਕਿ ਉਹਨੂੰ ਕਦੇ ਵੀ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਭਰਮ ਭਾਉ ਭਾਗੈ। ਸਤਿਗੁਰੂ ਜੀ ਦੇ ਸ਼ਬਦ ਦੁਆਰਾ ਗੁਰਮੁਖਾਂ ਦੇ ਹਿਰਦੇ 'ਚ ਨਾ ਭਰਮ ਰਹਿੰਦਾ, ਨਾ ਹੀ ਜਨਮ ਮਰਨ ਦਾ ਭਉ ਰਹਿੰਦਾ ਹੈ। ਸੂਰਤ ਮੂਰਤ ਆਦ ਅਨੂਪ। ਵਾਹਿਗੁਰੂ ਪਰਮੇਸ਼ਰ ਦੀ ਸੂਰਤ ਸੁੰਦਰ ਹੈ, ਉਹਦੀ ਮੂਰਤ ਅਤ ਅਨੂਪ ਹੈ, ਜੋ ਸਾਰੇ ਸੰਸਾਰ ਦਾ ਆਦ ਹੈ, ਪ੍ਰਾਰੰਭ ਹੈ। ਨਾਨਕ ਜਾਚੈ ਸਾਚ ਸਰੂਪ। ਅਖੀਰਲੀ ਪੰਕਤੀ 'ਚ ਮਹਾਰਾਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਹੇ ਪ੍ਰਭੂ ਮੈਂ ਤੇਰੇ ਸੱਚੇ ਸਵਰੂਪ ਦੀ ਮੰਗ ਕਰਦਾ ਹਾਂ। ਮੈਂ ਤੇਰੇ ਚਰਨਾਂ 'ਚੋਂ ਤੇਰਾ ਸਵਰੂਪ ਮੰਗਦਾ ਹਾਂ। ਹੇ ਪ੍ਰਭੂ ਮੈਨੂੰ ਦਾਨ ਵਿੱਚ ਤੂੰ ਹੀ ਚਾਹੀਦਾ ਹੈ, ਤੇਰਾ ਹੀ ਸਵਰੂਪ ਮੈਨੂੰ ਚਾਹੀਦਾ ਹੈ। ਇਹ ਮੰਗ ਮੈਂ ਆਪ ਜੀ ਦੇ ਪਾਵਨ ਚਰਨਾਂ 'ਚੋਂ ਕਰਦਾ ਹਾਂ।